ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ ਸਿੱਧਾ ਚੈਲੰਜ ਕਰ ਦਿੱਤਾ। ਉਹ ਕਹਿੰਦੇ ਤੁਸੀਂ ਐਮਸੀਡੀ ਦੀਆਂ ਚੋਣਾਂ ਕਰਵਾਓ, ਜੇਕਰ ਆਮ ਆਦਮੀ ਪਾਰਟੀ ਉੱਥੋਂ ਹਾਰਦੀ ਆ ਤਾਂ ਉਹ ਸਿਆਸਤ ਛੱਡ ਦੇਣਗੇ। ਇਸ ਤਰ੍ਹਾਂ ਦਾ ਐਲਾਨ ਉਹਨਾਂ ਨੇ ਕਰ ਦਿੱਤਾ। ਉਹਨਾਂ ਨੇ 2014 ਦੇ ਵਿੱਚ ਨਰਿੰਦਰ ਮੋਦੀ ਨੂੰ ਵਾਰਾਣਸੀ 'ਚ ਵੀ ਕੀਤਾ ਸੀ ਜਾ ਕੇ। ਜੇ 2014 ਵੇਲੇ ਕੇਜਰੀਵਾਲ ਸਾਹਿਬ ਪੰਜਾਬ ਦੀ ਧਰਤੀ ਤੇ ਕੁਛ ਸਮਾਂ ਹੋਰ ਲਾ ਦਿੰਦੇ ਤਾਂ ਇਹਨਾਂ ਦੇ 4 ਦੀ ਬਜਾਏ 8 ਲੋਕ ਸਭਾ ਦੇ ਮੈਂਬਰ ਵੀ ਜਾ ਸਕਦੇ ਸੀ। ਸੋ ਕੇਜਰੀਵਾਲ ਨੇ ਕਿਸ ਦਮ ਤੇ ਇਹ ਗੱਲ ਕੀਤੀ ਆ, ਇਹ ਗੱਲ ਵੱਖਰੀ ਹੈ ਕਿ ਦੇਸ਼ ਦੇ ਵਿੱਚ ਇਹ ਕਾਂਗਰਸ ਵਾਲੇ ਪਾਸੇ ਨੂੰ ਤੁਰ ਪਏ ਨੇ। ਕਾਂਗਰਸ ਦੀ ਘਟਦੀ ਜਾ ਰਹੀ ਹੈ, ਇਹ ਪੈਰ ਪਸਾਰਦੇ ਜਾ ਰਹੇ ਨੇ। ਹੁਣ ਇਹ ਕਹਿੰਦੇ ਵੀ ਅਗਲਾ ਜਿਹੜਾ ਸਾਡਾ ਨਿਸ਼ਾਨਾ ਹੈਗਾ, ਇਸੇ ਸਾਲ ਚੋਣਾਂ ਹੋਣੀਆਂ ਨੇ, ਉਹ ਗੁਜਰਾਤ ਤੇ ਹਿਮਾਚਲ ਪ੍ਰਦੇਸ਼। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਨਿਰੋਲ ਸਰਕਾਰ ਬਣਦੀ ਆ, ਫਿਰ ਐਪੀ ਦੀਆਂ ਚੋਣਾਂ ਵੇਲੇ ਕੀ ਹੋ ਜਾਂਦਾ ਅਜਿਹਾ ਵੀ ਇੱਕ ਵੀ ਸੀਟ ਨਹੀਂ ਆਉਂਦੀ ਇਹਨਾਂ ਨੂੰ? ਲੋਕ ਸਭਾ ਦੇ ਵਿੱਚ ਇੱਕ ਵੀ ਸੀਟ ਨਾ ਆਉਣਾ, ਇਸ ਚੀਜ਼ ਦੀ ਹੈਰਾਨੀ ਤਾਂ ਹੈਗੀ ਹੈ ਜੀ। ਆਮ ਚਰਚਾ ਇਹ ਹੈ ਕਿ ਲੋਕ ਉਦੋਂ ਮੋਦੀ ਸਾਹਿਬ ਦਾ ਮੂੰਹ ਦੇਖਦੇ ਆ ਤੇ ਵਿਧਾਨ ਸਭਾ ਵੇਲੇ ਜਿਹੜੇ ਕੇਜਰੀਵਾਲ ਨੇ ਦਿੱਲੀ ਵਾਸਤੇ ਕੰਮ ਕੀਤੇ ਆ ਉਹ ਵੇਖਦੇ ਆ, ਕਿਉਂਕਿ ਉਹ ਵੱਡੀ ਹੈ, ਇਸ ਕਰਕੇ ਉਹ ਦਿੱਲੀ ਦੇ ਵਿੱਚ ਬੀਜੇਪੀ ਨੂੰ ਜਿਤਾ ਦਿੰਦੇ ਨੇ। ਜੋ ਪਿਛਲੀ ਸਰਕਾਰ ਨੇ, ਚੰਨੀ ਸਰਕਾਰ ਨੇ ਗ੍ਰਾਂਟਾਂ ਜਾਰੀ ਕੀਤੀਆਂ ਸੀ ਪਿੰਡਾਂ ਨੂੰ, ਉਹਨਾਂ ਤੇ ਰੋਕ ਲਗਾ ਦਿੱਤੀ ਹੈ। ਢਿੱਲੋਂ ਸਾਹਿਬ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਖਬਰ ਨੂੰ? ਗ੍ਰਾਂਟਾਂ ਕਿਉਂ ਰੋਕੀਆਂ ਗਈਆਂ ਨੇ, ਤੁਹਾਨੂੰ ਕੀ ਲੱਗਦਾ? ਇਸ ਵੇਲੇ ਜਿਹੜੀ ਸਥਿਤੀ ਹੈ ਉਹ ਅਜੀਬ ਕਿਸਮ ਦੀ ਹੈ। ਇਹ ਗ੍ਰਾਂਟਾਂ ਨੂੰ ਵਾਪਸ ਜੇ ਤਾਂ ਉਹ ਚਾਲੂ ਹਾਲਤ ਦੇ ਵਿੱਚ ਹੈ ਤਾਂ ਲਿਜਾਣੀਆਂ ਨਹੀਂ ਚਾਹੀਦੀਆਂ ਸੀ। ਨਹੀਂ, ਮੇਰਾ ਖਿਆਲ ਹੈ ਸਰਕਾਰ ਜਿਹੜਾ ਥੋੜਾ ਬਹੁਤਾ ਆਪਦਾ ਖਾਲੀ ਪੀਪਾ ਖਜ਼ਾਨੇ ਦਾ ਉਹਨੂੰ ਕਿਤੇ ਭਰਨ ਦਾ ਯਤਨ ਤਾਂ ਨਹੀਂ ਹੈਗਾ ਜੀ ਵੀ ਇਸ ਤਰੀਕੇ ਨਾਲ ਭਰਿਆ ਜਾਵੇ। ਇਹਦੇ ਬਾਰੇ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ। ਉਹ ਗ੍ਰਾਂਟਾਂ ਕਿਉਂ ਪਿੰਡਾਂ ਦੀਆਂ ਵਾਪਸ ਗਈਆਂ? ਕਿਤੇ ਜਿਹੜੇ ਤੇਜ਼ੀ ਦੇ ਵਿੱਚ ਕਦਮ ਚੱਕ ਰਹੇ ਹੋ, ਇਹ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਤੁਹਾਨੂੰ ਜੀ। ਪੰਜਾਬ ਦੇ ਲੋਕ ਬੱਲੇ ਬੱਲੇ ਵੀ ਬਹੁਤ ਛੇਤੀ ਕਰਾਉਂਦੇ ਨੇ ਤੇ ਜਦੋਂ ਦੂਜਾ ਗੇਅਰ ਲਾ ਲੈਂਦੇ ਨੇ ਫਿਰ ਥੱਲੇ ਵਾਲੇ ਪਾਸੇ ਨੂੰ ਵੀ ਤੁਰ ਪੈਂਦੇ ਆ। ਹਾਲੇ ਤੁਹਾਡਾ ਹਨੀਮੂਨ ਪੀੜ ਹੈ, ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਾਂਗੇ ਕਿ ਜਿਹੜੀ ਤੁਹਾਡੇ ਉਲਟ ਦਿਸ਼ਾ ਵੱਲ ਜਾਂਦੀ ਹੋਵੇ। ਪੰਜਾਬ ਦੇ ਲੋਕ ਪਹਿਲਾਂ ਤੁਹਾਨੂੰ ਦੇਖਣਾ ਚਾਹੁੰਦੇ ਆ। ਤੁਸੀਂ ਜਦੋਂ ਨਵਾਂ ਬਜਟ ਪੇਸ਼ ਕਰੋਗੇ ਜੂਨ ਦੇ ਮਹੀਨੇ ਵਿੱਚ ਤਾਂ ਲੋਕਾਂ ਦੇ ਸਾਹਮਣੇ ਬਹੁਤ ਸਾਰੀਆਂ ਤੁਹਾਡੀਆਂ ਨੀਤੀਆਂ ਜਿਹੜੀਆਂ ਨੇ ਉਸ ਖੁੱਲ੍ਹ ਕੇ ਸਾਹਮਣੇ ਆ ਜਾਣਗੀਆਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਕੁਲਦੀਪ ਸਿੰਘ ਪੂੜੇ। D5 ਚੈਨਲ ਪੰਜਾਬੀ ਦੇ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ, ਜਿਸ ਦੇ ਵਿੱਚ ਅਸੀਂ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰਾਂਗੇ। ਸਾਡੇ ਨਾਲ ਚੈਨਲ ਦੇ ਸੀਨੀਅਰ ਐਡੀਟਰ ਨੇ ਜਸਪਾਲ ਸਿੰਘ ਢਿੱਲੋਂ ਜੀ, ਪਹਿਲਾਂ ਉਹਨਾਂ ਦਾ ਸਵਾਗਤ ਕਰ ਲੈਣ। ਢਿੱਲੋਂ ਸਾਹਿਬ, ਬਹੁਤ-ਬਹੁਤ ਸਵਾਗਤ ਹੈ D5। ਬਹੁਤ ਸ਼ੁਕਰੀਆ, ਬਹੁਤ-ਬਹੁਤ ਮਿਹਰਬਾਨੀ ਜੀ। ਜੀ ਢਿੱਲੋਂ ਸਾਹਿਬ, ਸਭ ਤੋਂ ਅਹਿਮ ਤੇ ਵੱਡੀ ਖਬਰ ਇਹ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੀਜੇਪੀ ਨੂੰ ਸਿੱਧਾ ਚੈਲੰਜ ਕਰ ਦਿੱਤਾ। ਉਹ ਕਹਿੰਦੇ ਤੁਸੀਂ ਐਮਸੀਡੀ ਦੀਆਂ ਚੋਣਾਂ ਕਰਵਾਓ, ਜੇਕਰ ਆਮ ਆਦਮੀ ਪਾਰਟੀ ਉੱਥੋਂ ਹਾਰਦੀ ਆ ਤਾਂ ਉਹ ਸਿਆਸਤ ਛੱਡ ਦੇਣਗੇ। ਇਸ ਤਰ੍ਹਾਂ ਦਾ ਐਲਾਨ ਉਹਨਾਂ ਨੇ ਕਰ ਦਿੱਤਾ। ਨਹੀਂ, ਚੈਲੰਜ ਤਾਂ ਉਹਨਾਂ ਨੇ 2014 ਦੇ ਵਿੱਚ ਨਰਿੰਦਰ ਮੋਦੀ ਨੂੰ ਵਾਰਾਣਸੀ 'ਚ ਵੀ ਕੀਤਾ ਸੀ ਜਾ ਕੇ। ਜੀ। ਜੇ 2014 ਵੇਲੇ ਕੇਜਰੀਵਾਲ ਸਾਹਿਬ ਪੰਜਾਬ ਦੀ ਧਰਤੀ ਤੇ ਕੁਛ ਸਮਾਂ ਹੋਰ ਲਾ ਦਿੰਦੇ ਤਾਂ ਇਹਨਾਂ ਦੇ 4 ਦੀ ਬਜਾਏ 8 ਲੋਕ ਸਭਾ ਦੇ ਮੈਂਬਰ ਵੀ ਜਾ ਸਕਦੇ ਸੀ। ਸੋ ਤਿੰਨੋਂ ਦੀਆਂ ਤਿੰਨੋਂ ਕਾਰਪੋਰੇਸ਼ਨਾਂ ਦਾ ਇਹਨਾਂ ਨੇ ਕੁਝ ਦਿਨ ਪਹਿਲਾਂ ਵਿਧਾਨ ਸਭਾ 'ਚ ਬਿੱਲ ਪਾਸ ਕੀਤਾ ਹੈ ਜੀ। ਉਹ ਤਿੰਨਾਂ ਨੂੰ ਤੋੜ ਕੇ ਕਹਿੰਦੇ ਹੁਣ ਇੱਕੋ ਹੀ ਰਹੇਗੀ। ਉੱਥੇ 62 MLA ਨੇ ਇਹਨਾਂ ਦੇ ਐਕਤੀ ਜੀ, 8 ਬੀਜੇਪੀ ਕੋਲ ਨੇ ਤੇ ਕਾਂਗਰਸ ਕੋਲੇ ਗੋਲ-ਅੰਡਾ ਹੈ। ਜੇ ਐਡੀ ਪਪੂਲੈਰਿਟੀ ਕੇਜਰੀਵਾਲ ਸਾਹਿਬ ਨੇ ਕਰ ਲਈ ਹੈ ਤੇ ਫਿਰ ਲੋਕ ਸਭਾ ਦੇ ਵਿੱਚ ਕਿਉਂ ਨਹੀਂ? ਉੱਥੇ 7 ਦੀਆਂ 7 ਬੀਜੇਪੀ ਕੋਲ ਨੇ ਜੀ। ਫਿਕਸ ਮੈਚ ਹੈ। ਲੋਕ ਇਹ ਕਹਿੰਦੇ ਨੇ, ਇਹਨਾਂ ਤੇ ਦੋਸ਼ ਲਾਉਂਦੇ ਨੇ ਵੀ ਸ਼ਾਇਦ ਫਿਕਸ ਮੈਚ ਤਾਂ ਨਹੀਂ ਕਿਤੇ ਵੀ ਉਤਲੀਆਂ ਤੁਸੀਂ ਜਿੱਤੋ, ਹੇਠਲੀਆਂ ਮੈਨੂੰ ਦੇ ਦਿਓ ਜੀ। ਜੇ ਉਹਨਾਂ ਨੇ ਕਿਹਾ ਕਿ ਮੈਂ ਸਾਰੀਆਂ ਜਿੱਤਾਂਗਾ ਤੇ ਉੱਥੇ ਹਾਰ ਵੀ ਗਏ। 80 ਸੀਟਾਂ ਦਾ ਵਾਅਦਾ ਤਾਂ ਪੰਜਾਬ ਦੇ ਵਿੱਚ ਪਹਿਲੇ ਦਿਨ ਤੋਂ ਕਹਿ ਰਿਹਾ ਸੀ। ਵੀਰ ਸੁਖਵੀਰ ਆਪਣਾ ਆ ਗਿਆ, ਇਹ ਵੀਰ ਸੁਖਵੀਰ। ਸੁਖਵੀਰ ਸਿੰਘ ਬਾਦਲ ਕਹਿੰਦੇ ਸੀ ਕਿ ਮੈਂ 80 ਸੀਟਾਂ ਜਿੱਤਣੀਆਂ ਨੇ ਜੀ। ਉਹ 80 ਤਾਂ ਇੱਕ ਪਾਸੇ ਰਹਿ ਗਈਆਂ, 8 ਵੀ ਨਹੀਂ ਆਈਆਂ ਤੇ ਉਹਦੇ ਵਿੱਚ ਉਹਨਾਂ ਦਾ ਆਪਦਾ ਨਾਂ ਕਿਤੇ ਨਹੀਂ ਤਿੰਨਾਂ 'ਚ। ਜੀ। ਨਾ ਬਾਪੂ ਜੀ ਦਾ ਹੈ, ਨਾ ਸਾਲਾ ਜੀ ਦਾ, ਨਾ ਜੀਜਾ ਜੀ ਦਾ ਹੈ ਜੀ। ਉਹ ਵੀ ਹੋਰ ਰਿਸ਼ਤੇਦਾਰ ਜਿਹੜੇ ਨੇ ਉਹ ਵੀ ਕਿਤੇ ਨਜ਼ਰ ਨਹੀਂ ਆਏ। ਸੋ ਕੇਜਰੀਵਾਲ ਨੇ ਕਿਸ ਦਮ ਤੇ ਇਹ ਗੱਲ ਕੀਤੀ ਆ, ਇਹ ਗੱਲ ਵੱਖਰੀ ਹੈ
ਕਿ ਦੇਸ਼ ਦੇ ਵਿੱਚ ਇਹ ਕਾਂਗਰਸ ਵਾਲੇ ਪਾਸੇ ਨੂੰ ਤੁਰ ਪਏ ਨੇ। ਕਾਂਗਰਸ ਦੀ ਘਟਦੀ ਜਾ ਰਹੀ ਹੈ, ਇਹ ਪੈਰ ਪਸਾਰਦੇ ਜਾ ਰਹੇ ਨੇ। ਇਸ ਵੇਲੇ 2 ਰਾਜਾਂ ਦੇ ਵਿੱਚ ਤਾਂ ਇਹਨਾਂ ਦੀ ਪੂਰੀ ਸਰਕਾਰ ਬਣ ਗਈ ਨਾ, ਪੰਜਾਬ ਤੇ ਦਿੱਲੀ। ਬਿਲਕੁਲ। ਤੀਜੇ 2 ਮੈਂਬਰ ਇਹਨਾਂ ਦੇ ਵਿਧਾਨ ਸਭਾ ਗੋਆ 'ਚ ਵੀ ਆ ਗਏ। ਹੁਣ ਇਹ ਕਹਿੰਦੇ ਵੀ ਅਗਲਾ ਜਿਹੜਾ ਸਾਡਾ ਨਿਸ਼ਾਨਾ ਹੈਗਾ, ਐਸੇ ਸਾਲ ਚੋਣਾਂ ਹੋਣੀਆਂ ਨੇ, ਉਹ ਗੁਜਰਾਤ ਤੇ ਹਿਮਾਚਲ ਪ੍ਰਦੇਸ਼। ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਕਹਿੰਦੇ ਅਸੀਂ ਇਹ ਜਾ ਵੀ ਰਹੇ ਨੇ। 2 ਦਿਨਾਂ ਬਾਅਦ ਗੁਜਰਾਤ ਦੇ ਵਿੱਚ ਇੱਕ ਰੋਡ ਸ਼ੋਅ ਹੈ। ਉਹ ਰੋਡ ਸ਼ੋਅ ਦੇ ਵਿੱਚ ਭਗਵੰਤ ਸਿੰਘ ਮਾਨ ਵੀ ਜਾ ਰਹੇ ਨੇ ਕੇਜਰੀਵਾਲ ਸਾਹਿਬ ਦੇ ਨਾਲ ਜੀ। 2 ਮੁੱਖ ਮੰਤਰੀ ਜਾ ਰਹੇ ਨੇ ਉੱਥੇ। ਦੇਖੋ ਉੱਥੋਂ ਦਾ ਨਤੀਜਾ ਕੀ ਕੱਢਦੇ ਨੇ ਐਕਤੀ। ਹੁਣ ਤੱਕ ਤਾਂ ਕੇਜਰੀਵਾਲ ਮੋਦੀ ਸਾਹਿਬ ਨੇ ਕਿਸੇ ਨੂੰ ਉੱਥੇ ਖੰਘਣ ਨਹੀਂ ਦਿੱਤਾ ਜੀ। ਇਸ ਵਾਰ ਕੀ ਹੁੰਦਾ, ਕਿਉਂਕਿ ਉੱਥੇ ਵੀ ਪੈਰ ਧਰਾਵਾ ਹੋ ਗਿਆ ਇਹਨਾਂ ਦਾ। ਸੂਰਤ ਇੱਕ ਕਾਰਪੋਰੇਸ਼ਨ ਹੈ ਗੁਜਰਾਤ ਦੀ ਜੀ, ਉਹਦੇ ਵਿੱਚ ਵੀ ਕੇਜਰੀਵਾਲ ਸਾਹਿਬ ਦੀ ਆਮ ਆਦਮੀ ਪਾਰਟੀ ਦੀ ਉਹ ਬਣ ਗਈ ਹੈ। ਇਹਦਾ ਮਤਲਬ 4 ਰਾਜਾਂ 'ਚ ਪੈਰ ਧਰਾਵਾ ਇਹਨਾਂ ਦਾ ਹੋ ਗਿਆ ਜੀ। ਅਗਲਾ ਫਿਰ ਉਹਨਾਂ ਦਾ ਟਾਰਗੇਟ ਹੈ ਜਿਹੜਾ ਉਹ ਹਰਿਆਣਾ ਦੀਆਂ ਚੋਣਾਂ ਵੀ ਆ ਰਹੀਆਂ ਨੇ। ਹਰਿਆਣਾ ਤੇ ਹੋਰ ਰਾਜ ਹੋਣਗੇ ਨੇੜੇ ਭਵਿੱਖ ਦੇ ਵਿੱਚ ਜੀ। ਢਿੱਲੋਂ ਸਾਹਿਬ, ਇਸੇ ਸਵਾਲ ਦੇ ਨਾਲ ਇੱਕ ਹੋਰ ਸਵਾਲ ਆ। ਲੋਕ ਇਹ ਵੀ ਤਰਕ ਦਿੰਦੇ ਨੇ ਕਿ ਜੇਕਰ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਨਿਰੋਲ ਸਰਕਾਰ ਬਣਦੀ ਆ, ਫਿਰ ਐਮਪੀ ਦੀਆਂ ਸੀਟਾਂ ਵੇਲੇ, ਐਮਪੀ ਦੀਆਂ ਚੋਣਾਂ ਵੇਲੇ ਕੀ ਹੋ ਜਾਂਦਾ ਅਜਿਹਾ ਵੀ ਇੱਕ ਵੀ ਸੀਟ ਨਹੀਂ ਆਉਂਦੀ ਇਹਨਾਂ ਨੂੰ? ਦੇਖੋ ਕਹਿੰਦੇ ਜੀ ਐਮਪੀ ਦੀਆਂ ਸੀਟਾਂ ਜੁੜੀਆਂ ਹੋਈਆਂ ਨੇ ਮੋਦੀ ਸਾਹਿਬ ਦੇ ਨਾਲ, ਦੇਸ਼ ਦੇ ਨਾਲ ਜੀ। ਤੇ ਲੋਕਲ ਜਿਹੜਾ ਹੈਗਾ ਉਹ ਲੋਕਲ ਸਰਕਾਰ ਦੇ ਨਾਲ ਹੈ। ਉੱਥੇ ਤਾਂ ਪੂਰੀ ਸਰਕਾਰ ਹੈ ਵੀ ਨਹੀਂ। ਪੁਲਿਸ ਜਿਹੜੀ ਆ ਦਿੱਲੀ ਦੀ ਉਹ ਅਮਿਤ ਸ਼ਾਹ ਹੋਰਾਂ ਦੇ ਅਧੀਨ ਹੈ, ਗ੍ਰਹਿ ਵਿਭਾਗ ਦੇ। ਬਿਲਕੁਲ, ਹੈ ਨਾ। ਉੱਥੇ ਤਾਂ ਨਹੀਂ ਹੈਗਾ। ਇਸ ਕਰਕੇ ਜਿਹੜੀ ਇਹ ਕਹਿਣਾ ਕਿ ਜਿਹੜੀ ਲੋਕ ਇਲਜ਼ਾਮ ਲਾਉਂਦੇ, ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ ਜੀ, ਕਿ ਜਿਹੜਾ ਹੈਗਾ ਹੋ ਸਕਦਾ ਕਿਤੇ ਇਹ ਫਿਕਸ ਮੈਚ ਤਾਂ ਨਹੀਂ ਖੇਡਦੇ। ਲੋਕ ਸਭਾ ਦੇ ਵਿੱਚ ਇੱਕ ਵੀ ਸੀਟ ਨਾ ਆਉਣਾ, ਇਸ ਚੀਜ਼ ਦੀ ਹੈਰਾਨੀ ਤਾਂ ਹੈਗੀ ਹੈ ਜੀ। ਆਮ ਚਰਚਾ ਇਹ ਹੈ ਕਿ ਲੋਕ ਉਦੋਂ ਮੋਦੀ ਸਾਹਿਬ ਦਾ ਮੂੰਹ ਦੇਖਦੇ ਆ ਤੇ ਵਿਧਾਨ ਸਭਾ ਵੇਲੇ ਜਿਹੜੇ ਕੇਜਰੀਵਾਲ ਨੇ ਦਿੱਲੀ ਵਾਸਤੇ ਕੰਮ ਕੀਤੇ ਆ ਉਹ ਵੇਖਦੇ ਆ, ਕਿਉਂਕਿ ਉਹ ਵੱਡੀ ਹੈ। ਇਸ ਕਰਕੇ ਉਹ ਦਿੱਲੀ ਦੇ ਵਿੱਚ ਬੀਜੇਪੀ ਨੂੰ ਜਿਤਾ ਦਿੰਦੇ ਨੇ ਜੀ। ਜੀ। ਇਸ ਤੋਂ ਇਲਾਵਾ ਭਗਵੰਤ ਮਾਨ ਦੀ ਨਵੀਂ ਸਰਕਾਰ ਦੇ ਵੱਲੋਂ ਜੋ ਪਿਛਲੀ ਸਰਕਾਰ ਨੇ, ਚੰਨੀ ਸਰਕਾਰ ਨੇ ਗ੍ਰਾਂਟਾਂ ਜਾਰੀ ਕੀਤੀਆਂ ਸੀ ਪਿੰਡਾਂ ਨੂੰ, ਉਹਨਾਂ ਤੇ ਰੋਕ ਲਗਾ ਦਿੱਤੀ ਆ। ਢਿੱਲੋਂ ਸਾਹਿਬ, ਕਿਸ ਤਰ੍ਹਾਂ ਤੁਸੀਂ ਦੇਖਦੇ ਹੋ ਇਸ ਖਬਰ ਨੂੰ? ਗ੍ਰਾਂਟਾਂ ਕਿਉਂ ਰੋਕੀਆਂ ਗਈਆਂ ਨੇ, ਤੁਹਾਨੂੰ ਕੀ ਲੱਗਦਾ? ਦੇਖੋ ਇੱਕ ਤਾਂ ਸਰਕਾਰ ਉਹਨਾਂ ਆਪਣੇ ਹਿਸਾਬ ਨਾਲ ਦੇਵੇਗੀ। ਦੂਜੀ ਗੱਲ ਇਹ ਹੈ ਜੀ ਕਿ ਜਿਨ੍ਹਾਂ ਪਿੰਡਾਂ ਵਾਲਿਆਂ ਨੇ ਦਿਨ ਤਾਂ ਰਹਿ ਗਏ ਇਹਦੇ 7, ਅੱਜ 23 ਤਾਂ ਨਿਕਲ ਗਿਆ, 7 ਦਿਨ ਰਹਿ ਗਏ, ਇੱਕ ਹਫ਼ਤਾ ਰਹਿ ਗਿਆ, ਅੱਜ ਤਾਂ ਛੁੱਟੀ ਹੈ। ਤਾਂ ਹੁਣ ਤੱਕ ਉਹ ਖਰਚੀਆਂ ਕਿਉਂ ਨਹੀਂ ਹੈਗੀਆਂ? ਜੇ ਨਾ ਵੀ ਖਰਚੀਆਂ ਜਾਂਦੀਆਂ, ਇਹਨਾਂ ਦਿਨਾਂ 'ਚ ਖਰਚ ਨਹੀਂ ਕੀਤੀਆਂ ਜਾ ਸਕਦੀਆਂ, ਉਹ ਵਾਪਸ ਜਾ ਵੜਦੀਆਂ ਨੇ ਜੀ। ਸੋ ਇਸ ਵੇਲੇ ਜਿਹੜੀ ਸਥਿਤੀ ਹੈ ਉਹ ਅਜੀਬ ਕਿਸਮ ਦੀ ਹੈ। ਇਹ ਗ੍ਰਾਂਟਾਂ ਨੂੰ ਵਾਪਸ ਜੇ ਤਾਂ ਉਹ ਚਾਲੂ ਹਾਲਤ ਦੇ ਵਿੱਚ ਹੈ ਤਾਂ ਲਿਜਾਣੀਆਂ ਨਹੀਂ ਚਾਹੀਦੀਆਂ ਸੀ। ਨਹੀਂ, ਮੇਰਾ ਖਿਆਲ ਹੈ ਸਰਕਾਰ ਜਿਹੜਾ ਥੋੜ੍ਹਾ ਬਹੁਤਾ ਆਪਦਾ ਖਾਲੀ ਪੀਪਾ ਖਜ਼ਾਨੇ ਦਾ ਉਹਨੂੰ ਕਿਤੇ ਭਰਨ ਦਾ ਯਤਨ ਤਾਂ ਨਹੀਂ ਹੈਗਾ ਜੀ ਵੀ ਇਸ ਤਰੀਕੇ ਨਾਲ ਭਰਿਆ ਜਾਵੇ। ਇਹਦੇ ਬਾਰੇ ਸਰਕਾਰ ਨੂੰ ਸਪਸ਼ਟ ਕਰਨਾ ਚਾਹੀਦਾ ਹੈ। ਉਹ ਗ੍ਰਾਂਟਾਂ ਕਿਉਂ ਪਿੰਡਾਂ ਦੀਆਂ ਵਾਪਸ ਗਈਆਂ? ਕਿਤੇ ਜਿਹੜੇ ਤੇਜ਼ੀ ਦੇ ਵਿੱਚ ਕਦਮ ਚੱਕ ਰਹੇ ਹੋ, ਇਹ ਪੰਜਾਬ ਦੇ ਲੋਕਾਂ ਨੇ ਵੋਟਾਂ ਪਾਈਆਂ ਨੇ ਤੁਹਾਨੂੰ ਜੀ। ਪੰਜਾਬ ਦੇ ਲੋਕ ਬੱਲੇ ਬੱਲੇ ਵੀ ਬਹੁਤ ਛੇਤੀ ਕਰਾਉਂਦੇ ਨੇ ਤੇ ਜਦੋਂ ਦੂਜਾ ਗੇਅਰ ਲਾ ਲੈਂਦੇ ਨੇ ਫਿਰ ਥੱਲੇ ਥੱਲੇ ਵਾਲੇ ਪਾਸੇ ਨੂੰ ਵੀ ਤੁਰ ਪੈਂਦੇ ਆ। ਹਾਲੇ ਤੁਹਾਡਾ ਹਨੀਮੂਨ ਪੀੜ ਹੈ, ਅਸੀਂ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕਰਾਂਗੇ ਕਿ ਜਿਹੜੀ ਤੁਹਾਡੇ ਉਲਟ ਦਿਸ਼ਾ ਵੱਲ ਜਾਂਦੀ ਹੋਵੇ। ਪੰਜਾਬ ਦੇ ਲੋਕ ਪਹਿਲਾਂ ਤੁਹਾਨੂੰ ਦੇਖਣਾ ਚਾਹੁੰਦੇ ਆ। ਤੁਸੀਂ ਜਦੋਂ ਨਵਾਂ ਬਜਟ ਪੇਸ਼ ਕਰੋਗੇ ਜੂਨ ਦੇ ਮਹੀਨੇ ਵਿੱਚ, ਤਾਂ ਲੋਕਾਂ ਦੇ ਸਾਹਮਣੇ ਬਹੁਤ ਸਾਰੀਆਂ ਤੁਹਾਡੀਆਂ ਨੀਤੀਆਂ ਜਿਹੜੀਆਂ ਨੇ ਉਸ ਖੁੱਲ੍ਹ ਕੇ ਸਾਹਮਣੇ ਆ ਜਾਣਗੀਆਂ ਜੀ। ਇਸ ਤੋਂ ਇਲਾਵਾ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਐਂਟੀ ਕਰਪਸ਼ਨ ਜਿਹੜਾ ਹੈਲਪਲਾਈਨ ਨੰਬਰ ਜਾਰੀ ਕੀਤਾ ਗਿਆ, ਉਸ ਦੀਆਂ ਕੰਪਲੇਂਟਾਂ ਵੀ ਜਿਹੜੀਆਂ ਸਰਕਾਰ ਤੱਕ ਪਹੁੰਚਣ ਲੱਗ ਪਈਆਂ ਨੇ ਤੇ ਨਾਲ ਦੀ ਨਾਲ ਵੱਡੇ ਬਾਦਲ ਨੇ ਇਸ ਤੇ ਸਵਾਲ ਚੁੱਕੇ ਨੇ। ਉਹ ਕਹਿੰਦੇ ਵੀ ਕਹਿਣ ਦੇ ਨਾਲ ਭ੍ਰਿਸ਼ਟਾਚਾਰ ਖਤਮ ਨਹੀਂ ਹੁੰਦਾ। ਐਵੇਂ ਤਾਂ ਕੈਪਟਨ ਅਮਰਿੰਦਰ ਸਿੰਘ ਵੀ ਕਹਿੰਦੇ ਸੀ ਵੀ ਇੱਕ ਹਫ਼ਤੇ 'ਚ ਖਤਮ ਕਰ ਦਾਂਗੇ ਅਸੀਂ। ਦੇਖੋ, ਜਿਹੜੀ ਪਹਿਲੀ ਗੱਲ ਹੈ ਕਿ ਉਹਨਾਂ ਨੇ ਜਿਹੜਾ ਇਹ ਜਾਰੀ ਕੀਤਾ ਹੈਗਾ ਜੀ ਹੈਲਪਲਾਈਨ ਨੰਬਰ, ਉਹਦੇ ਤੇ ਸ਼ਿਕਾਇਤਾਂ ਆ ਗਈਆਂ। ਸ਼ੁਰੂਆਤੀ ਦੌਰ ਦੇ ਵਿੱਚ ਸ਼ਿਕਾਇਤਾਂ ਜਿਹੜੀਆਂ ਆਈਆਂ ਨੇ ਉਹ ਕਹਿੰਦੇ ਬਠਿੰਡੇ ਤੋਂ ਹੈ, ਇੱਕ ਤਾਂ ਕਿਸੇ ਤਹਿਸੀਲਦਾਰ ਦੇ ਖਿਲਾਫ ਹੈ ਜੀ, ਦੂਜੀ ਪੁਲਿਸ ਦੇ ਖਿਲਾਫ ਹੈ, ਦੂਜੀ ਸ਼ਿਕਾਇਤ ਕਰਨ ਵਾਲੇ ਨੇ ਬਲਦੇਵ ਸਿੰਘ ਫਾਨਾ ਜੀ। ਇਹ ਬੀਬੀ ਵਾਲਾ ਚੌਕ ਦੇ ਵਿੱਚ ਰਹਿੰਦੇ ਨੇ। ਉਹ ਖਾਸੇ ਚਿਰ ਤੋਂ ਉਹਨਾਂ ਦਾ ਮਸਲਾ
ਉਲਝਿਆ ਹੋਇਆ ਹੈ। ਉਹਨਾਂ ਨੇ ਕਈ ਅਧਿਕਾਰੀਆਂ ਨੂੰ ਇਹਦੀਆਂ ਜਾਂਚ ਵਾਸਤੇ ਕਿਹਾ, ਕਿਸੇ ਨੇ ਗੱਲ ਨਹੀਂ ਸੁਣੀ ਜੀ। ਜਿਵੇਂ ਕਹਿੰਦੇ ਆ ਕਿ ਸੁੱਖਾ ਸੁੱਖ ਦੀ ਨੂੰ ਇਹ ਦਿਨ ਆਏ ਵੱਜ ਰਹੀਆਂ ਬੰਸਰੀਆਂ, ਤਾਂ ਆਫਟਰ ਆਲ ਉਹ ਦਿਨ ਆ ਗਿਆ। ਉਹਨਾਂ ਨੇ ਭਗਵੰਤ ਮਾਨ ਵੱਲੋਂ ਜਿਹੜਾ ਨੰਬਰ ਜਾਰੀ ਕੀਤਾ ਗਿਆ 9501200200 ਜੀ, ਉਹਦੇ ਤੇ ਸ਼ਿਕਾਇਤ ਕੀਤੀ ਹੈ। ਉਹ ਕਹਿੰਦੇ ਮੇਰੇ ਕੋਲ ਉਹਦਾ ਨੰਬਰ ਵੀ ਆ ਗਿਆ। ਨਾਲ ਹੀ ਸੰਬੰਧਿਤ ਕਰਮਚਾਰੀ ਨੇ ਮੈਨੂੰ ਫੋਨ ਕੀਤਾ ਕਿ ਤੁਹਾਡੀ ਇਹ ਜਾਂਚ ਕਰਾਵਾਂਗੇ ਔਰ ਤੁਹਾਨੂੰ ਇਨਸਾਫ ਹਰ ਹਾਲਤ 'ਚ ਮਿਲੂਗਾ। ਬਲਦੇਵ ਸਿੰਘ ਫਾਨੇ ਨੂੰ ਹੁਣ ਆਸ ਵੱਜ ਗਈ ਹੈ। ਤੇ ਦੂਜਾ ਜਿਹੜਾ ਹੈਗਾ ਉਹ ਤਹਿਸੀਲਦਾਰ ਦੇ ਖਿਲਾਫ ਹੈ, ਜਿਹੜਾ ਤਹਿਸੀਲਦਾਰ ਨੇ ਪੈਸੇ ਲਏ ਨੇ। ਇੱਕ ਕਿਸੇ ਸਾਧੂ ਰਾਮ ਦੀ ਸ਼ਿਕਾਇਤ ਵੀ ਦੱਸੀ ਜਾ ਰਹੀ ਹੈ, ਉਹ ਵੀ ਬਠਿੰਡੇ ਨਾਲ ਹੀ ਸੰਬੰਧਿਤ ਹੈ। ਪਤਾ ਨਹੀਂ, ਕੱਲ ਆਪਾਂ ਲੇਖਾ ਜੋਖਾ ਕਰਾਂਗੇ ਕਿ 24 ਘੰਟੇ ਕੱਲ ਦੁਪਹਿਰ ਤੱਕ ਇਹਦੇ ਤੇ ਕਿੰਨੀਆਂ ਸ਼ਿਕਾਇਤਾਂ ਦਰਜ ਹੁੰਦੀਆਂ ਨੇ। ਕਿਤੇ ਇਹ ਨਾ ਹੋਵੇ ਜਿਵੇਂ ਉਹ ਕਹਿੰਦੇ ਸੀ ਨਾ ਵੀ ਮੀਟਰ ਭਰ ਗਿਆ ਇੱਕਦਮ ਜਦੋਂ ਚੈੱਕ ਕਰਦੇ ਸੀ ਕਿਸੇ ਚੀਜ਼ ਨੂੰ, ਤੇ ਕਿਤੇ ਐਸੇ ਤਰ੍ਹਾਂ ਇਹ ਭਰ ਜਾਵੇ, ਉਹ ਦੇਖਣ ਵਾਲੀ ਗੱਲ ਹੋਵੇਗੀ ਜੀ। ਇਸ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਨੂੰ ਅੱਜ ਪੂਰੀ ਦੁਨੀਆ ਯਾਦ ਕਰ ਰਹੀ ਆ, ਉਹਨਾਂ ਦੀ ਕੁਰਬਾਨੀ ਨੂੰ। ਪਰ ਉਹਨਾਂ ਦੇ ਪਰਿਵਾਰਕ ਮੈਂਬਰ ਨੇ ਸੁਖਵਿੰਦਰਜੀਤ ਸਿੰਘ ਸੰਘਾ, ਉਹਨਾਂ ਨੇ ਸਰਕਾਰਾਂ ਤੇ ਸਵਾਲ ਖੜੇ ਕੀਤੇ ਨੇ। ਉਹ ਕਹਿੰਦੇ ਸਰਕਾਰਾਂ ਸਾਨੂੰ ਬੁਲਾ ਲੈਂਦੀਆਂ ਨੇ ਸਮਾਗਮਾਂ ਦੇ ਵਿੱਚ, ਸਟੇਜ ਤੇ ਸਾਨੂੰ ਬੋਲਣ ਦਾ ਮੌਕਾ ਨਹੀਂ ਦਿੱਤਾ ਜਾਂਦਾ। ਐਕਸੀ ਨੇ ਵੀ ਲੋਕਾਂ ਨੂੰ ਗੱਲ ਕਹਿਣੀ ਹੁੰਦੀ ਆ, ਸ਼ਹੀਦਾਂ ਦਾ ਜਿਹੜਾ ਸੁਨੇਹਾ ਲੋਕਾਂ ਤੱਕ ਪਹੁੰਚਾਉਣਾ ਹੁੰਦਾ ਸਾਡੇ ਜਰੀਏ। ਇਸ ਵੇਰ ਤੱਕ ਕਹਿੰਦੇ ਸਾਨੂੰ ਸਮਾਗਮ ਦਾ ਸੁਨੇਹਾ ਵੀ ਨਹੀਂ ਆਇਆ ਹੈਗਾ। ਸਾਡੇ ਚੈਨਲ ਦੇ ਉੱਤੇ ਗੱਲ ਕੀਤੀ ਹੈ, ਜਿਹਦੇ ਵਿੱਚ ਉਹਨੇ ਕਿਹਾ ਕਿ ਸਾਨੂੰ ਤਾਂ ਸਿਰਫ ਸ਼ੋਅ ਪੀਸ ਬਣਾ ਕੇ ਰੱਖਿਆ ਹੋਇਆ ਹੈ ਜੀ। ਪਹਿਲੀ ਗੱਲ ਤਾਂ ਆ ਜਿਹੜਾ ਹੁਣ ਐਡਾ ਵੱਡਾ ਢਮਟਮਾ ਰਚਿਆ ਗਿਆ ਸਹੁੰ ਚੱਕਣ ਦਾ, ਸਾਡੇ ਪਰਿਵਾਰ ਨੂੰ ਸੱਦਾ ਨਹੀਂ ਆਇਆ। ਇਹ ਆਉਣਾ ਚਾਹੀਦਾ ਸੀ ਜੀ। ਇਹ ਕਿੱਥੇ ਗਲਤੀ ਹੈ? ਸਰਕਾਰੀ ਪੱਧਰ ਤੇ ਕੋਈ ਗਲਤੀ ਹੋਈ ਹੈ? ਸੱਭਿਆਚਾਰ ਬਾਰੇ ਮਾਮਲੇ ਵੀ ਹੁਣ ਤਾਂ ਜਿਹੜਾ ਹਰਜੋਤ ਬੈਂਸੋਰੀ ਬਣ ਗਏ ਨੇ ਜੀ, ਤਾਂ ਇਹਦੀ ਜਾਂਚ ਹੋਣੀ ਚਾਹੀਦੀ ਹੈ। ਇਹਦੇ ਲਈ ਡਿਪਟੀ ਕਮਿਸ਼ਨਰ ਜ਼ਿੰਮੇਵਾਰ ਹੈ, ਕੋਈ ਹੋਰ ਜ਼ਿੰਮੇਵਾਰ ਹੈ। ਇਹ ਵਿਸਥਾਰ ਦੇ ਵਿੱਚ ਜਾਂਚ ਹੋਵੇ। ਤੇ ਦੂਜਾ ਉਹ ਕਹਿੰਦਾ ਜੇ ਸਾਨੂੰ ਬੁਲਾ ਲੈਂਦੇ ਨੇ ਤਾਂ ਸਾਡੀ ਕੋਈ ਗੱਲ ਨਹੀਂ ਸੁਣਦਾ। ਮੈਨੂੰ ਯਾਦ ਆ ਇਸੇ ਤਰ੍ਹਾਂ ਦਾ ਕੰਮ ਇੱਕ ਵਾਰ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਸਮਾਗਮ ਦੇ ਉੱਤੇ ਸ਼ਹੀਦੇ ਆਜ਼ਮ ਸ਼ਹੀਦ ਊਧਮ ਸਿੰਘ ਦੇ ਪਰਿਵਾਰ ਨੂੰ ਵੀ ਸੱਦਿਆ ਗਿਆ ਸੀ ਜੀ। ਬਾਅਦ ਦੇ ਵਿੱਚ ਕਿਸੇ ਨੇ ਉਹਨਾਂ ਦੀ ਵੀ ਸਾਰ ਨਹੀਂ ਲਈ। ਇਹ 20 ਅਗਸਤ ਨੂੰ ਅਕਾਲੀ ਦਲ ਜਾ ਪਹੁੰਚਦਾ ਹੈ ਲੌਂਗੋਵਾਲ ਸਾਹਿਬ ਦੀ ਬਰਸੀ ਮਨਾਉਣ ਵਾਸਤੇ। ਲੌਂਗੋਵਾਲ ਸਾਹਿਬ ਦੇ ਪਰਿਵਾਰ ਦੇ ਮੈਂਬਰ ਵੀ ਇਹੀ ਗੱਲ ਕਹਿੰਦੇ ਨੇ ਕਿ ਸਾਡੀ ਕਿਸੇ ਨੇ ਕਦੇ ਸਾਰ ਨਹੀਂ ਲਈ। ਇਹਦਾ ਮਤਲਬ ਸਾਰੇ ਰਾਜਸੀ ਇੱਕੋ ਜਿਹੇ ਹੈ। ਜਦੋਂ ਲੌਂਗੋਵਾਲ ਦੇ ਵਿੱਚ ਇੱਕ ਵਾਰੀ ਵੱਡਾ ਸਮਾਗਮ ਕੀਤਾ ਸੀ ਤਾਂ ਸ਼ਹੀਦ ਊਧਮ ਸਿੰਘ ਦੇ ਪਰਿਵਾਰ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਬਿਲਕੁਲ ਨਾਲ ਬੜੀ ਪ੍ਰਮੁੱਖਤਾ ਦਿੱਤੀ ਸੀ। ਬਾਅਦ ਦੇ ਵਿੱਚ ਉਹ ਵੀ ਕਹਿੰਦੇ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ। ਆ ਤਾਜ਼ਾ ਗੱਲ ਹੈ, ਰਾਜਗੁਰੂ ਤੇ ਸੁਖਦੇਵ ਦੇ ਪਰਿਵਾਰ ਵਾਲੇ ਕਹਿੰਦੇ ਆ ਜੀ ਕਿ ਕੱਲਾ ਤੁਸੀਂ ਭਗਤ ਸਿੰਘ ਨੂੰ ਉਸਾਰ ਰਹੇ ਹੋ, ਫਾਂਸੀ ਤਾਂ ਤਿੰਨਾਂ ਨੂੰ ਇਕੱਠਿਆਂ ਨੂੰ ਦਿੱਤੀ ਗਈ ਸੀ ਨਾ, ਤੇ ਸਾਡਾ ਕਿਹੜਾ ਸ਼ਹੀਦ ਘੱਟ ਸੀਗਾ। ਸੋ ਮੇਰਾ ਖਿਆਲ ਹੈ ਕਿ ਜਿਹੜੀਆਂ ਗਲਤੀਆਂ ਸਰਕਾਰ ਤੋਂ ਇਹ ਹੋਈਆਂ ਨੇ, ਜਿਹੜਾ ਸੁਖਵਿੰਦਰਜੀਤ ਸਿੰਘ ਸੰਘਾ ਕਹਿੰਦਾ ਪਹਿਲੀ ਗੱਲ ਤਾਂ ਇਸ ਵਾਰ ਸਾਨੂੰ ਬੁਲਾਇਆ ਹੀ ਨਹੀਂ। ਜੇ ਕਦੇ ਬੁਲਾ ਵੀ ਲੈਂਦੇ ਨੇ ਸਾਨੂੰ ਮਾਈਕ ਤੇ ਬੋਲਣ ਦਾ ਸਮਾਂ ਹੀ ਨਹੀਂ ਦਿੱਤੇ। ਕਿਉਂ? ਕਿ ਸਰਕਾਰਾਂ ਦੀ ਪੋਲ ਨਾ ਖੋਲ੍ਹਦੇ ਨੇ, ਨਾ ਰਾਜਸੀ ਆਗੂਆਂ ਦੀ ਪੋਲ ਨਾ ਖੁੱਲ੍ਹ ਜਾਵੇ ਜੀ। ਜੇ ਤੁਸੀਂ ਸੱਦਾ ਦਿੰਦੇ ਹੋ ਫਿਰ ਉਹਨਾਂ ਦੀ ਗੱਲ ਵੀ ਸੁਣੋ। ਸ਼ਹੀਦ ਊਧਮ ਸਿੰਘ ਦੇ ਪਰਿਵਾਰ ਦੇ ਬੰਦਿਆਂ ਨੂੰ ਹੋ ਸਕਦਾ ਅਮਨ ਅਰੋੜਾ ਸਭ ਤੋਂ ਵੱਧ ਜਾਣਦੇ ਹੋਣ, ਕਿਉਂਕਿ ਉਹ ਸੁਨਾਮ ਤੋਂ ਨੇ। ਜੇ ਪਿਛਲੀਆਂ ਸਰਕਾਰਾਂ ਨੇ ਗਲਤੀਆਂ ਕਰਤੀਆਂ, ਉਹ ਘੱਟੋ ਘੱਟ ਭਗਵੰਤ ਮਾਨ ਦੀ ਸਰਕਾਰ ਤੋਂ ਇਹ ਆਸ ਨਹੀਂ ਸੀ ਰੱਖਣੀ ਚਾਹੀਦੀ ਕਿ ਇਹ ਗਲਤੀ ਦੁਹਰਾਈ ਜਾਵੇ। ਪਰ ਇਹ ਗਲਤੀ ਦੁਹਰਾਈ ਗਈ। ਸ਼ਹੀਦ ਭਗਤ ਸਿੰਘ ਦੇ ਪਰਿਵਾਰ ਦੇ ਮੈਂਬਰ ਨੂੰ ਸ਼ਹੀਦਾਂ ਪ੍ਰਤੀ ਇਹਨਾਂ ਦੀ ਸੋਚ ਕਿੱਡੀ ਕੁ ਵੱਡੀ ਹੋਵੇਗੀ। ਇਹਨਾਂ ਦਾ ਇੱਕ ਦੋਹਤ ਜਵਾਈ ਹੈ ਕੁਲਜੀਤ ਸਿੰਘ ਢੱਟ, ਜਿਹੜਾ ਪੁਲਿਸ ਨੇ ਚੱਕ ਕੇ ਮਾਰਤਾ ਸੀ ਜੀ। 3-4 ਬੰਦਿਆਂ ਨੂੰ ਉਹਦੇ ਵਿੱਚ 5 ਸਾਲ ਦੀ ਕੈਦ ਹੋਈ ਸੀ। ਆ ਪਿਛਲੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਜੀ ਪਿਛਲੇ ਗਵਰਨਰ BP ਸਿੰਘ ਬਦਨੌਰ ਤੋਂ ਉਹਦੀ ਮਾਫੀ ਦਵਾਤੀ। ਉਹ ਮਾਫੀ ਦੇਣਾ ਇਹ ਸ਼ਹੀਦਾਂ ਨਾਲ ਮਜ਼ਾਕ ਨਹੀਂ। ਜੇ ਇੱਕ ਲੁਧਿਆਣੇ ਦਾ ਮੁੰਡਾ ਚੱਕ ਕੇ ਯੂਪੀ 'ਚ ਮਾਰਿਆ ਗਿਆ, ਉਹ ਯੂਪੀ ਦੇ ਪੁਲਿਸ ਵਾਲੇ ਪਰਿਵਾਰ ਨੂੰ ਲੱਗੇ 20 ਸਾਲ ਜੀ ਉਹਦਾ ਇਨਸਾਫ ਲੈਣ ਵਾਸਤੇ, ਸਜ਼ਾ ਦਿਵਾਉਣ ਵਾਸਤੇ। ਤੇ ਇਹਨਾਂ ਰਾਜਨੀਤਿਕ ਘੜਮ ਚੌਧਰੀਆਂ ਨੇ ਉਹ 2 ਦਿਨ ਨਹੀਂ ਰਹਿਣ ਦਿੱਤੇ, ਮਹੀਨਾ ਕੁ ਰਹੇ ਹੋਣਗੇ ਮਸਾਂ। ਉਹਨਾਂ ਨੂੰ ਮਾਫ ਕਰਕੇ
ਜੇਲ੍ਹ ਤੋਂ ਆਜ਼ਾਦ ਕਰਤਾ। ਫਿਰ ਅਦਾਲਤਾਂ ਬੰਦ ਕਰ ਦਿਓ। ਜੀ ਇਹਦਾ ਸਪਸ਼ਟੀਕਰਨ ਕੈਪਟਨ ਅਮਰਿੰਦਰ ਸਿੰਘ ਦੇਣ ਲੋਕਾਂ ਨੂੰ ਕਿ ਕਿਸ ਕਾਰਨ ਕਰਕੇ ਉਹਨਾਂ ਨੇ ਉਹ ਪੁਲਿਸ ਵਾਲਿਆਂ ਦੀ ਸਜ਼ਾ ਹੋ ਕੇ ਉਹ ਹਾਈ ਕੋਰਟ ਦੇ ਵਿੱਚ ਚੱਲ ਰਿਹਾ ਹੈ। ਤਾਂ ਭਗਵੰਤ ਸਿੰਘ ਮਾਨ ਨੂੰ ਪਹਿਲ ਦੇ ਆਧਾਰ ਤੇ, ਕਿਉਂਕਿ ਗ੍ਰਹਿ ਵਿਭਾਗ ਉਹਦੇ ਕੋਲੇ ਹੈ, ਬਿਲਕੁਲ, ਉਹਨੂੰ ਕਾਨੂੰਨ ਦਾ ਵਿਭਾਗ ਹੈਗਾ ਹਰਜੋਤ ਬੈਂਸ ਕੋਲੇ, ਇਹ ਦੇਖਣਾ ਚਾਹੀਦਾ ਹੈ। ਹਾਈ ਕੋਰਟ ਦੇ ਵਿੱਚ ਸ਼੍ਰੀ ਜਿਹੜੇ ਅਨਮੋਲ ਰਤਨ ਸਿੱਧੂ ਸਾਡੇ ਐਡਵੋਕੇਟ ਜਨਰਲ ਸਾਹਿਬ ਆਏ ਨੇ, ਉਹਨਾਂ ਨੂੰ ਪੈਰਵਾਈ ਕਰਨੀ ਚਾਹੀਦੀ ਹੈ ਕਿ ਜਿਨ੍ਹਾਂ ਪੁਲਿਸ ਵਾਲਿਆਂ ਨੂੰ ਇਹ ਮਾਫੀ ਦੇ ਦਿੱਤੀ ਗਈ ਉਹਨਾਂ ਦਾ ਕੇਸ ਲੜਿਆ ਜਾਵੇ, ਭਗਤ ਸਿੰਘ ਦੇ ਪਰਿਵਾਰ ਦੇ ਬੰਦਿਆਂ ਦਾ, ਔਰ ਉਹਨਾਂ ਨੂੰ ਜਿਹੜੀ ਸਜ਼ਾ ਹੈ ਉਹ ਰੱਦ ਕਰਾਈ ਜਾਵੇ। ਜੀ, ਇਸ ਤੋਂ ਇਲਾਵਾ ਸਜ਼ਾ ਦਵਾਈ ਜਾਵੇ ਜਿਹੜੀ ਰੱਦ ਕੀਤੀ ਗਈ ਹੈ, ਮਾਫ ਕਰਨਾ ਮੈਂ ਉਲਟ ਕਹਿ ਗਿਆ, ਉਹ ਸਜ਼ਾ ਦੁਬਾਰਾ ਬਹਾਲ ਕਰਾਈ ਜਾਵੇ। ਬਲਕਿ ਇਹਨਾਂ ਨੇ ਮੰਗ ਕੀਤੀ ਹੈ ਕਿ 5 ਸਾਲ ਤੱਕ ਘੱਟ ਹੈ, ਉਹਦੀ ਸਜ਼ਾ ਵੀ ਵੱਧ ਦਿੱਤੀ ਜਾਵੇ, ਕਿਉਂਕਿ ਜਦੋਂ ਬੰਦਾ ਮਰਿਆ ਸਾਬਤ ਹੋ ਜਾਂਦਾ ਹੈ ਜਾਂ ਕਤਲ ਸਾਬਤ ਹੋ ਜਾਂਦਾ ਹੈ, ਕਤਲ ਦੇ ਮਾਮਲੇ ਦੇ ਵਿੱਚ ਤਾਂ ਫਿਰ 2 ਹੀ ਸਜ਼ਾਵਾਂ ਨੇ, ਜਾਂ ਫਾਂਸੀ ਹੈ ਜਾਂ ਉਮਰ ਕੈਦ ਹੈ। ਜੀ, ਇਸ ਤੋਂ ਇਲਾਵਾ ਕਿਸਾਨੀ ਅੰਦੋਲਨ ਲੰਬਾ ਅੰਦੋਲਨ ਚੱਲਿਆ, ਪਰ ਆਖਰਕਾਰ ਕਿਸਾਨਾਂ ਦੀ ਜਿੱਤ ਹੋਈ ਆ। ਮੁੜ ਹੁਣ ਜਿਹੜੇ ਸੰਕੇਤ ਨੇ ਜਿਹੜੇ ਉਹ ਸੰਯੁਕਤ ਕਿਸਾਨ ਮੋਰਚੇ ਦੇ ਲੀਡਰ ਰਕੇਸ਼ ਟਕੈਤ ਦੇ ਵੱਲੋਂ ਦਿੱਤੇ ਜਾ ਚੁੱਕੇ ਨੇ। ਉਹ ਕਹਿੰਦੇ ਵੀ ਮੁੜ ਕਿਸਾਨ ਅੰਦੋਲਨ ਸ਼ੁਰੂ ਹੋ ਸਕਦਾ ਹੈ, ਕਿਸਾਨ ਤਿਆਰ ਰਹਿਣ। ਇਹ ਗੱਲ ਇਸ ਗੱਲ ਤੋਂ ਵਾਪਰੀ ਹੈ ਜੀ, ਇੱਕ 3 ਮੈਂਬਰ ਹੋਏ ਨੇ, ਕੇਸ ਪਾਤਾ ਸੀ ਸੁਪਰੀਮ ਕੋਰਟ ਦੇ ਵਿੱਚ। ਸੁਪਰੀਮ ਕੋਰਟ ਨੇ 3 ਬੰਦਿਆਂ ਦੇ ਆਧਾਰ ਤੇ ਇੱਕ ਕਮੇਟੀ ਉਹਨਾਂ ਦੀ ਬਣਾਈ ਦਾ 4 ਸੀ ਜੀ, ਉਹਦੇ ਵਿੱਚ ਇੱਕ ਮੈਂਬਰ ਪੰਜਾਬ ਦਾ ਵੀ ਸੀ। ਇਹ 3 ਉਹ ਸੱਜਣ ਹੈ ਭੱਦਰਪੁਰਸ਼, ਜਿਨ੍ਹਾਂ ਨੇ ਪਹਿਲਾਂ ਹੀ ਇਹਨਾਂ ਕਾਨੂੰਨਾਂ ਦੇ ਹੱਕ ਦੇ ਵਿੱਚ ਸਲਾਹਨਾ ਕੀਤੀ ਸੀ। ਇਹਨਾਂ ਨੇ ਆਪਦੀ ਇੱਕ ਰਿਪੋਰਟ ਦੇਤੀ, ਕਹਿੰਦੇ ਜੀ 85% ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਤਾਂ ਖੇਤੀ ਕਾਨੂੰਨਾਂ ਦੇ ਹੱਕ 'ਚ ਸੀ। ਵੈਸੇ ਤਾਂ ਇਹਦਾ ਕੋਈ ਗੱਲ ਹੀ ਨਹੀਂ ਰਹਿੰਦੀ। ਜਦੋਂ ਪ੍ਰਧਾਨ ਮੰਤਰੀ ਨੇ ਕਾਨੂੰਨ ਰੱਦ ਕਰਤੇ, ਪਾਰਲੀਮੈਂਟ ਨੇ ਪਾਸ ਕਰਤੇ, ਰਾਸ਼ਟਰਪਤੀ ਦੇ ਦਸਤਖਤ ਕਰਤੇ, ਇਹਨਾਂ ਨੂੰ ਪੁੱਛੇ ਸੁਪਰੀਮ ਕੋਰਟ ਬੁਲਾ ਕੇ ਕਿ ਜਿਹੜੀਆਂ 85% ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਦਿੱਲੀ ਦੀਆਂ ਹੱਦਾਂ ਤੇ ਬੈਠੀਆਂ ਸੀ, ਉਹਨਾਂ 'ਚੋਂ ਕੋਈ ਹੈ ਜਾਂ ਕਮਰਿਆਂ ਦੇ ਵਿੱਚ ਬਹਿ ਕੇ ਇਹ ਫਰਜ਼ੀ ਜਥੇਬੰਦੀਆਂ ਬਣਾਈਆਂ ਗਈਆਂ ਨੇ? ਇਹ ਪੁੱਛਣ ਦੀ ਲੋੜ ਹੈ ਜੀ। ਸੋ ਉਹਦੇ ਸੰਦਰਭ ਦੇ ਵਿੱਚ ਫਿਰ ਰਕੇਸ਼ ਟਕੈਤ ਬੋਲੇ ਨੇ, ਤੁਸੀਂ ਸਾਡੇ ਨਾਲ ਵਾਅਦੇ ਕੀਤੇ ਸੀ। 19 ਨਵੰਬਰ ਨੂੰ ਪ੍ਰਧਾਨ ਮੰਤਰੀ ਨੇ ਐਲਾਨ ਕੀਤਾ ਸੀ ਕਿ ਤੁਸੀਂ ਇਸ ਮਾਮਲੇ ਦੇ ਵਿੱਚ ਅਸੀਂ ਤੁਹਾਡੇ ਕੇਸ ਵੀ ਵਾਪਸ ਕਰਦੇ ਹਾਂ, ਤੁਹਾਡੇ ਕਾਨੂੰਨ ਵੀ ਰੱਦ ਆ, MSP ਤੇ ਕਮੇਟੀ ਬਣੂਗੀ। ਜਿਹੜਾ ਨਹੀਂ ਬਣੀ ਤਾਂ ਰਕੇਸ਼ ਟਕੈਤ ਨੇ ਕਿਹਾ ਕਿ ਦੁਬਾਰਾ ਫੇਰ ਮੋਰਚਾ ਲੱਗ ਸਕਦਾ ਦਿੱਲੀ ਦੀਆਂ ਹੱਦਾਂ ਤੇ ਜਾ ਕੇ। ਜੀ, ਅਸੀਂ ਉਹ ਮੋਰਚਾ ਮੁਲਤਵੀ ਕੀਤਾ ਸੀ, ਰੱਦ ਨਹੀਂ ਸੀ ਕੀਤਾ। ਤੁਹਾਡੀ ਨੀਤ ਵੱਲ ਵੇਖਦੇ ਸੀ। ਤੁਸੀਂ ਚੋਣਾਂ ਜਿੱਤ ਲਈਆਂ 4 ਰਾਜਾਂ ਦੀਆਂ, ਉਦੋਂ ਬਾਅਦ ਤੁਸੀਂ ਉਹ ਫਿਰ ਠੰਡੇ ਵਾਸਤੇ 'ਚ ਪਾਉਣ ਨੂੰ ਫਿਰਦੇ ਹੋ, ਇਹ ਨਹੀਂ ਹੋਣ ਦੇਣਾ। ਜੀ, ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਸੱਤਾ ਬਦਲਦੇ ਹੀ SGPC ਦੀਆਂ ਚੋਣਾਂ ਕਰਵਾਉਣ ਦੀ ਮੰਗ ਉੱਠ ਖੜੀ ਆ। ਸਿੱਖ ਜਥੇਬੰਦੀਆਂ, ਕਈ ਪੰਥਕ ਜਿਹੜੀਆਂ ਧਿਰਾਂ ਨੇ ਉਹ ਇਕਜੁੱਟ ਹੁੰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਉਹਨਾਂ ਦੇ ਬਿਆਨ ਵੀ ਇਕਜੁੱਟ ਹੁੰਦੇ ਹੋਏ ਨਜ਼ਰ ਆ ਰਹੇ ਨੇ। ਉਹ ਕਹਿੰਦੇ ਵੀ ਚੋਣਾਂ ਪੰਜਾਬ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ, ਲੰਮੇ ਸਮੇਂ ਤੋਂ ਲਟਕੀਆਂ ਵੀ ਨੇ। 11 ਸਾਲ ਹੋ ਗਏ, 11 ਸਾਲ ਹੋ ਗਏ। ਇੱਕ ਤਾਂ ਇਹ ਵੀ ਕਿਸੇ ਨੇ ਪਟੀਸ਼ਨ ਪਾਈ ਹੈ ਕਿ 5 ਸਾਲ ਬਾਅਦ ਯਕੀਨੀ ਬਣਾਇਆ ਜਾਵੇ ਜੀ, ਵੀ 5 ਸਾਲਾਂ ਬਾਅਦ ਹੋਣ। ਮੈਨੂੰ ਲੱਗਦਾ ਜਿਵੇਂ ਦਿੱਲੀ ਦੇ ਬਹੁਤ ਸਾਰੇ ਜਿਹੜੇ ਸਿੱਖ ਆਗੂ ਨੇ ਉਹ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਹੁਤ ਨੇੜੇ ਹੋ ਗਏ ਨੇ ਜੀ, ਉਹਨਾਂ ਦੀ ਉਹ ਸੁਣਦੇ ਵੀ ਹੈ। ਤੁਸੀਂ ਦੇਖਿਆ ਹੋਣਾ ਵੋਟਾਂ ਤੋਂ ਪਹਿਲਾਂ ਕਿਵੇਂ ਕੁਝ ਸਿੱਖ ਜਥੇਬੰਦੀਆਂ ਦੇ ਆਗੂ ਪ੍ਰਧਾਨ ਮੰਤਰੀ ਦੇ ਘਰੇ ਵੀ ਗਏ ਸੀ। ਉੱਥੇ ਉਹਨਾਂ ਨੇ ਕਿਹਾ ਸੀ ਇਹ ਘਰ ਹੀ ਤੁਹਾਡਾ ਹੈ, ਜਦੋਂ ਮਰਜ਼ੀ ਆਓ ਜੀ, ਜਦੋਂ ਮਰਜ਼ੀ ਜਾਓ। ਇੱਕ ਜਥੇਬੰਦੀ ਹੋਰ ਹੈ ਪੰਥਕ ਲਹਿਰ, ਇਹਦੇ ਆਗੂ ਨੇ ਰਾਜਦੀਪ ਸਿੰਘ ਆਂਡਲੂ ਤੇ ਗੁਰਮਿੰਦਰ ਸਿੰਘ ਗੋਗੀ ਜੀ। ਇਹ ਗੱਲ ਕਹਿੰਦੇ ਨੇ ਕਿ ਇਹ ਚੋਣਾਂ ਕਰਾਓ। ਗ੍ਰਹਿ ਮੰਤਰੀ ਨੂੰ ਬੇਨਤੀ ਕੀਤੀ ਹੈ ਕਿ ਜਿਹੜੇ SSRO ਜਿਨ੍ਹਾਂ ਨੂੰ ਗੁਰਦੁਆਰਾ ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ ਹੈ, ਉਹਨਾਂ ਨੂੰ ਤੁਸੀਂ ਨਾ ਦਫ਼ਤਰ ਦਿੱਤਾ ਹੈ ਨਾ ਕੁਛ ਹੋਰ ਦਿੱਤਾ, ਇਹ ਚੋਣਾਂ ਜਲਦੀ ਕਰਾਓ। ਮੈਂ ਸਾਰੀਆਂ ਪੰਥਕ ਜਥੇਬੰਦੀਆਂ ਵਾਲਿਆਂ ਨੂੰ ਬੇਨਤੀ ਕਰਾਂ ਕਿ ਕਿਰਪਾ ਕਰਕੇ ਇਕਜੁੱਟ ਹੋ ਕੇ ਲੜਿਓ ਜੀ। ਦੂਜੇ ਪਾਸੇ ਛਾਤਰ ਟੀਮ ਹੈ, ਭਾਵੇਂ ਪੰਜਾਬ ਦੇ ਲੋਕਾਂ ਨੇ ਰੱਦ ਕਰਤੀ, ਉਹਨਾਂ ਦੀ ਬਹੁਤ ਲੰਬੀ ਜੀਭ ਸ਼੍ਰੋਮਣੀ ਕਮੇਟੀ ਵਾਸਤੇ ਨਿਕਲੀ ਵੀ ਆ, ਪਹਿਲਾਂ ਮੁੱਖ ਮੰਤਰੀ ਵਾਸਤੇ ਸੀ ਕਿ ਕਿਸੇ ਤਰੀਕੇ ਨਾਲ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਰਹਿ ਜੇ। ਇਹ ਸਾਰੇ ਇਕੱਠੇ ਹੋ ਕੇ ਲੜਿਓ। ਦੂਜਾ, ਸਿੱਖਾਂ ਦੀਆਂ ਵੋਟਾਂ ਬਣਾਓ।
ਵੋਟਾਂ ਉਹਨਾਂ ਨੇ ਬਣਾਈਆਂ ਵੀਆਂ ਨੇ, ਉਹ ਕੋਨੇ ਮੋਨਿਆਂ ਤੋਂ ਵੋਟਾਂ ਪਵਾ ਲੈਂਦੇ ਨੇ। ਔਰ ਸਿੱਖ ਗੁਰਦੁਆਰਾ ਕਮਿਸ਼ਨ ਨੂੰ ਬੇਨਤੀ ਕਰੋ ਕਿ ਜਿਵੇਂ ਫੋਟੋ ਵਾਲੀਆਂ ਵੋਟਰ ਸੂਚੀਆਂ ਬਣਨ। ਜੀ, ਇਹ ਨਹੀਂ ਹੈ ਇੱਕ ਪਾਸੇ ਕਿ ਸਹਿਜਧਾਰੀਆਂ ਦੇ ਉਲਟ ਜਾਂਦੇ ਨੇ ਤੇ ਆਪ ਕੋਨੇ ਮੁੰਨੇ ਇਕੱਠੇ ਕਰਕੇ ਉਹਨਾਂ ਤੋਂ ਵੋਟਾਂ ਪਾਉਂਦੇ ਨੇ। ਇਹ ਸਿੱਖ ਜਥੇਬੰਦੀਆਂ ਇਕੱਠੇ ਹੋ ਕੇ ਲੜੋਗੇ ਜਿੱਤ ਜਾਓਗੇ, ਜੇ ਇਕੱਠੇ ਹੋ ਕੇ ਨਹੀਂ ਲੜੋਗੇ ਤਾਂ ਫਿਰ ਜਿਹੜੇ ਬੈਠੇ ਨੇ ਉੱਥੇ ਉਹਨਾਂ ਨੇ ਸੌਖਿਆ ਛੱਡਣਾ ਨਹੀਂ। ਇਸ ਵੇਲੇ ਹਾਲਾਤ ਇਸ ਕਿਸਮ ਦੇ ਬਣ ਚੁੱਕੇ ਨੇ। ਸਰਕਾਰ ਪੰਜਾਬ 'ਚ ਬਦਲ ਗਈ ਹੈ। ਕੇਂਦਰ ਵਾਲੇ ਜਿਹੜੀ ਮਾਂ ਦਹੀਂ ਨਾਲ ਟੁੱਕ ਦਿੰਦੀ ਸੀ ਉਹ ਖਤਮ ਹੋ ਗਈ। ਦਿੱਲੀ ਦਾ ਅਕਾਲੀ ਦਲ ਵੀ ਖਤਮ ਹੈ। ਉਹ ਘਸੇ ਪਿਟਿਆਂ ਨੂੰ ਫੜਾ ਦਿੱਤੀ ਹੈ ਉਹਨਾਂ ਨੇ, ਜਿਨ੍ਹਾਂ ਨੂੰ ਪਹਿਲਾਂ ਹੀ ਲੋਕਾਂ ਨੇ ਰੱਦ ਕੀਤਾ ਵਾ। ਤਾਂ ਇਸ ਵੇਲੇ ਬਿਲਕੁਲ ਤੁਸੀਂ ਸਹੀ ਮੌਕਾ ਹੈ, ਸਹੀ ਸਮਾਂ ਕਰ ਸਕਦੇ ਹੋ, ਬਸ਼ਰਤ ਇਕੱਠੇ ਹੋ ਕੇ ਲੜੋਗੇ। ਜੇ 5-6 ਧੜੇ ਬਣਾ ਕੇ ਲੜ ਰਹੇ ਫਿਰ ਤਾਂ ਜੋ ਕੁਝ ਹੋਣਾ ਉਹ ਸਾਨੂੰ ਸਾਰਿਆਂ ਨੂੰ ਪਤਾ, ਪਰ ਇਹਨੂੰ ਵਿਉਂਤਬੰਦੀ ਨਾਲ, ਜੋਸ਼ ਤੇ ਹੋਸ਼ ਨਾਲ ਰਲਾ ਕੇ ਲੜਿਓ। ਜੀ, ਇਸ ਤੋਂ ਇਲਾਵਾ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੇ ਜਿਹੜੀਆਂ ਲਗਾਤਾਰ ਵੱਧ ਰਹੀਆਂ ਨੇ। ਰਸੋਈ ਗੈਸ ਦੀ ਕੀਮਤ ਦੇ ਵਿੱਚ ਵੀ ਵਾਧਾ ਹੋਇਆ। ਹੁਣ ਲੋਕਾਂ ਦਾ ਮੰਨਣਾ ਇਹ ਹੈ ਕਿ ਪਹਿਲਾਂ ਕਈ ਸੂਬਿਆਂ ਦੇ ਵਿੱਚ ਚੋਣਾਂ ਸੀ, ਤਾਂ ਕਰਕੇ ਬੀਜੇਪੀ ਨੇ ਇਹਨਾਂ ਦੀਆਂ ਕੀਮਤਾਂ ਨਹੀਂ ਵਧਾਈਆਂ, ਪਰ ਹੁਣ ਧੜਾ ਧੜ ਕੀਮਤਾਂ ਵੱਧ ਰਹੀਆਂ ਨੇ। ਇੱਕ ਪਾਸੇ ਪੁਰੀ ਸਾਹਿਬ ਕਹਿੰਦੇ ਸੀ ਕਿ ਰਾਹੁਲ ਗਾਂਧੀ ਦੇ ਬਿਆਨ ਦੇ ਨਾਲ ਲੋਕਾਂ ਨੇ ਤੇਲ ਇਕੱਠਾ ਕਰ ਲਿਆ। ਜੀ, ਆ ਲਗਾਤਾਰ 2 ਦਿਨਾਂ ਤੋਂ ਦੁੰਨੇ ਕੀਮਤਾਂ ਦੇ ਵਿੱਚ ਲਗਭਗ 1.5 ਤੋਂ ਪੌਣੇ 2 ਰੁਪਏ ਡੀਜ਼ਲ ਤੇ ਪੈਟਰੋਲ ਦੇ ਵਿੱਚ ਵਾਧਾ ਹੋ ਗਿਆ। ਗੈਸ ਸਿਲੰਡਰ ਦੇ ਵਿੱਚ 50 ਰੁਪਈਆਂ ਦਾ ਵਾਧਾ ਕੀਤਾ ਹੈਗਾ। ਜੀ, ਮੈਂ ਕਈ ਵਾਰ ਕਿਹਾ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਦੇ ਵਿੱਚ 132 ਰੁਪਏ ਬੈਰਲ ਖਰੀਦ ਕੇ ਡੀਜ਼ਲ ਪੈਟਰੋਲ ਥੱਲੇ ਸੀ। 50 ਰੁਪਈਆਂ ਦਾ ਗੈਸ ਸਿਲੰਡਰ 400 ਤੋਂ 450 ਹੋਇਆ ਸੀ। ਤੇ ਆ ਬੀਬੀ ਸਿਮਰਤੀ ਇਰਾਣੀ ਜਿਹੜੀ ਮੰਤਰੀ ਬਣੀ ਫਿਰਦੀ ਹੈ ਭਾਜਪਾ ਦੀ, ਇਹਨੇ ਕਿਵੇਂ ਪੂਰੇ ਮੁਲਕ ਦੇ ਵਿੱਚ ਖੌਰੂ ਪਾਇਆ ਸੀ। ਉਹ ਖੌਰੂ ਜਿਹੜਾ ਪਾਇਆ ਸੀ ਉਹਦਾ ਹੁਣ ਕਿਉਂ ਨਹੀਂ ਬੋਲਦੀ? ਜੀ, ਹੁਣ ਕਿਉਂ ਚੁੱਪ ਹੈ? ਬੋਲਣਾ ਚਾਹੀਦਾ। ਸੋ ਅੱਜ ਗਰੀਬਾਂ ਦੇ ਇਹ ਜਿਹੜਾ ਭਾਰ ਪਾਇਆ ਜਾ ਰਿਹਾ ਬਹੁਤ ਮੰਦਭਾਗਾ ਹੈ। ਵੋਟਾਂ ਅੱਗੇ ਵੀ ਆ ਰਹੀਆਂ ਨੇ, ਕਿਤੇ ਇਹ ਨਾ ਕਰਿਓ ਕਿ ਹੁਣ 3 ਕੁ ਮਹੀਨੇ ਲਗਾਤਾਰ ਵਧਾਈ ਜਾਓ ਤੇ ਉਦੋਂ ਜਾ ਕੇ 2 ਰੁਪਏ ਘਟਾ ਦਿਓ। ਜੀ, ਸੋ ਚੰਗਾ ਇਹ ਹੈ ਲੋਕਾਂ ਦੇ ਰੁਜ਼ਗਾਰ ਖੁੱਸ ਗਏ। ਕਰੋਨਾ ਮਹਾਮਾਰੀ ਵਿੱਚ ਲੋਕ ਨੌਕਰੀਆਂ ਤੋਂ ਬੇਹਾਲ ਹੋ ਗਏ ਤੇ ਕਿਰਪਾ ਕਰੋ ਲੋਕਾਂ ਨੂੰ ਕੋਈ ਰਾਹਤ ਦੇਣ ਵਾਲਾ ਕੰਮ ਕਰੋ। ਜਿਹੜੀਆਂ ਫਜ਼ੂਲ ਖਰਚੀਆਂ ਨੇ ਉਹਦੇ ਤੇ ਕਾਬੂ ਕਰਨ ਦਾ ਯਤਨ ਕੀਤਾ ਜਾਵੇ ਤਾਂ ਜੋ ਦੇਸ਼ ਦੇ ਲੋਕਾਂ ਨੂੰ ਕੁਝ ਰਾਹਤ ਮਹਿਸੂਸ ਹੋ ਸਕੇ। ਜੀ, ਢਿੱਲੋਂ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ, ਮਿਹਰਬਾਨੀ। ਅਸੀਂ ਵੱਖ-ਵੱਖ ਮੁੱਦਿਆਂ ਤੇ ਚਰਚਾ ਕਰ ਰਹੇ ਸੀ। ਕੱਲ੍ਹ ਤੋਂ ਨਵੇਂ ਮੁੱਦੇ ਲੈ ਕੇ ਤੁਹਾਡੇ ਸਾਹਮਣੇ ਅਸੀਂ ਹਾਜ਼ਰ ਹੋਵਾਂਗੇ। ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ। ਬਹੁਤ ਬਹੁਤ ਧੰਨਵਾਦ।